ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਸਟੂਡੀਓ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਅਰਸ਼ਦੀਪ ਲੈ ਕੇ ਆਇਆ ਹਾਂ ਪ੍ਰੋਗਰਾਮ ਸਾਂਝ ਵਿਚਾਰ। ਅੱਜ ਦਾ ਟੌਪਿਕ ਲੈ ਕੇ ਆਏ ਹਾਂ ਵਹਿਮ ਭਰਮ ਅਤੇ ਮਨ ਘੜਤ ਧਾਰਨਾਵਾਂ ਅਤੇ ਰੀਤੀ ਰਿਵਾਜਾਂ ਬਾਰੇ। ਅੱਜ ਮੇਰੇ ਨਾਲ ਲਾਈਨ 'ਤੇ ਮੌਜੂਦ ਨੇ ਸੰਦੀਪ ਸਾਨੀ ਜੀ। ਗੱਲਬਾਤ ਕਰਾਂਗੇ ਸੰਦੀਪ ਸਾਨੀ ਜੀ ਨਾਲ ਵਹਿਮ ਭਰਮਾਂ ਬਾਰੇ, ਮਨ ਘੜਤ ਧਾਰਨਾਵਾਂ ਬਾਰੇ ਅਤੇ ਰੀਤੀ ਰਿਵਾਜਾਂ ਬਾਰੇ, ਅਤੇ ਖੋਲ੍ਹਾਂਗੇ ਜੋ ਇਹਨਾਂ ਦੀ ਸੱਚਾਈ ਹੈ। ਸੰਦੀਪ ਸਾਨੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਸਾਂਝ ਵਿਚਾਰ ਦੇ ਵਿੱਚ। ਹਾਂਜੀ, ਸ਼ੁਕਰੀਆ ਅਰਸ਼। ਜੀ, ਅੱਜ ਅਸੀਂ ਗੱਲਬਾਤ ਕਰਾਂਗੇ ਕੁਝ ਪ੍ਰਚਲਿਤ ਵਹਿਮਾਂ ਭਰਮਾਂ ਬਾਰੇ, ਇਨਸਾਨ ਦੁਆਰਾ ਹੀ ਮਨ ਘੜਤ ਧਾਰਨਾਵਾਂ ਬਾਰੇ, ਕੁਝ ਰੀਤੀ ਰਿਵਾਜਾਂ ਬਾਰੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਜਕੜ ਕੇ ਰੱਖਿਆ ਹੋਇਆ ਹੈ। ਇਹਨਾਂ ਬਾਰੇ ਸਭ ਤੋਂ ਪਹਿਲਾਂ ਚਾਨਣਾ ਪਾਓ ਸੰਦੀਪ ਜੀ। ਹਾਂਜੀ ਅਰਸ਼, ਬਹੁਤ ਸਾਰੇ ਵਹਿਮ ਭਰਮ, ਮਨ ਘੜਤ ਧਾਰਨਾਵਾਂ ਅਤੇ ਕੁਝ ਰੀਤੀ ਰਿਵਾਜ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਜਕੜ ਕੇ ਰੱਖਿਆ ਹੋਇਆ ਹੈ, ਜਿਨ੍ਹਾਂ ਦਾ ਵਾਸਤਵਿਕਤਾ ਦੇ ਨਾਲ ਕੋਈ ਸੰਬੰਧ ਨਹੀਂ ਆ, ਜਿਨ੍ਹਾਂ ਨੂੰ ਅਸੀਂ ਆਪਣੇ ਪੁਰਖਿਆਂ ਤੋਂ ਹਾਸਿਲ ਕਰਦੇ ਹਾਂ, ਪਰਿਵਾਰ ਤੋਂ ਹਾਸਿਲ ਕਰਦੇ ਹਾਂ ਜਾਂ ਸਮਾਜ ਤੋਂ ਹਾਸਿਲ ਕਰਦੇ ਹਾਂ, ਅਤੇ ਅੱਗੇ ਤੋਂ ਅੱਗੇ ਉਹਨਾਂ ਨੂੰ ਤੋਰੀ ਰੱਖਦੇ ਹਾਂ। ਅਜਿਹੇ ਵਿਚਾਰ, ਅਜਿਹੀਆਂ ਧਾਰਨਾਵਾਂ ਜਿਨ੍ਹਾਂ ਨੂੰ ਇੱਕ ਦੂਜੇ ਤੋਂ ਸੁਣ ਕੇ ਮੰਨਣ ਬਹਿ ਜਾਂਦੇ ਹਾਂ ਅਤੇ ਫਿਰ ਦੂਜਿਆਂ ਨੂੰ ਵੀ ਉਹੀ ਸਿਖਾਉਂਦੇ ਹਾਂ। ਇਹ ਝੂਠੀਆਂ ਤੇ ਬੇਮਤਲਬ ਗੱਲਾਂ ਸਾਡੇ ਜੀਵਨ ਵਿੱਚ, ਖਾਸ ਕਰਕੇ ਸਾਡੇ ਦੇਸ਼ ਦੇ ਲੋਕਾਂ ਵਿੱਚ ਕੁੱਟ-ਕੁੱਟ ਕੇ ਭਰ ਚੁੱਕੀਆਂ ਨੇ। ਮੈਂ ਸਮਝਦਾ ਕਿ ਇਹ ਸਭ ਜਨਮ ਤੋਂ ਮਿਲੇ ਪਰਿਵਾਰਕ ਅਤੇ ਸਮਾਜਿਕ ਵਾਤਾਵਰਣ ਦੀ ਦੇਣ ਆ। ਉਹਨਾਂ ਵਿਅਕਤੀਆਂ 'ਤੇ ਕੋਈ ਦੋਸ਼ ਨਹੀਂ ਲਗਾਇਆ ਜਾ ਸਕਦਾ ਜਿਹੜੇ ਅਣਜਾਣ ਸਨ ਅਤੇ ਇਹਨਾਂ ਸਭ ਵਹਿਮਾਂ ਭਰਮਾਂ ਅਤੇ ਰੀਤੀ ਰਿਵਾਜ਼ਾਂ ਨੂੰ ਧਾਰਨ ਕਰ ਬੈਠੇ ਸਨ। ਪਰ ਕਈ ਲੋਕ ਜਾਣਦੇ ਹੋਏ ਵੀ ਇੱਕ ਡਰ ਦੀ ਵਜ੍ਹਾ ਨਾਲ ਇਹਨਾਂ ਸਭ ਨੂੰ ਅਪਣਾਉਂਦੇ ਨੇ। ਉਹ ਡਰ ਜੋ ਕਿ ਇੱਕ ਭੁਲੇਖਾ ਹੁੰਦਾ ਹੈ। ਹਾਂਜੀ ਅਰਸ਼। ਜੀ ਸੰਦੀਪ ਜੀ, ਹਰ ਇੱਕ ਵਹਿਮ ਭਰਮ ਦੇ ਪਿੱਛੇ ਕੋਈ ਨਾ ਕੋਈ ਡਰ ਜ਼ਰੂਰ ਹੁੰਦਾ ਹੈ, ਪਰ ਇਸ ਨੂੰ ਅਸੀਂ ਕੋਈ ਭੁਲੇਖਾ ਕਿਵੇਂ ਕਹਿ ਸਕਦੇ ਹਾਂ? ਕੋਈ ਤੱਥ ਜਾਂ ਉਦਾਹਰਣ ਪੇਸ਼ ਕਰੋ। ਹਾਂਜੀ ਅਰਸ਼, ਅਗਰ ਮੈਂ ਉਦਾਹਰਨਾਂ ਦੀ ਗੱਲ ਕਰਾਂ, ਉਦਾਹਰਨਾਂ ਤਾਂ ਕਾਫੀ ਨੇ। ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਜੋ ਕਿ ਵਹਿਮ ਭਰਮ ਦੇ ਭੁਲੇਖੇ ਨੂੰ ਦੂਰ ਕਰਦੀ ਆ। ਸ਼ਾਇਦ ਤੁਸੀਂ ਕਹਾਣੀ ਸੁਣੀ ਵੀ ਹੋਵੇ। ਇੱਕ ਵਾਰ ਇੱਕ ਪਿੰਡ ਵਿੱਚ ਕਿਸੇ ਦਾ ਕੱਟਾ ਬਿਮਾਰ ਹੋ ਜਾਂਦਾ। ਕੱਟੇ ਨੂੰ ਠੰਡ ਲੱਗ ਜਾਂਦੀ ਆ ਅਤੇ ਘਰ 'ਚੋਂ ਵੱਡੇ ਮੈਂਬਰ ਬਾਪੂ ਉਸ ਕੱਟੇ ਦੇ ਇਲਾਜ ਲਈ ਉਸ ਨੂੰ ਜੜੀ ਬੂਟੀ ਵਗੈਰਾ ਵੀ ਦਿੰਦੇ ਨੇ, ਪਰ ਕੱਟਾ ਠੀਕ ਨਹੀਂ ਹੁੰਦਾ। ਫਿਰ ਉਹ ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾ ਕੇ ਲਿਆਉਂਦੇ, ਕੱਟੇ ਦੇ ਟੀਕਾ ਵਗੈਰਾ ਲਾਉਂਦੇ ਨੇ, ਕੱਟਾ ਤਾਂ ਵੀ ਨਾ ਠੀਕ ਹੁੰਦਾ ਅਤੇ ਕੱਟਾ ਜੀ ਸ਼ਾਮ ਨੂੰ ਚੜ੍ਹਾਈ ਕਰ ਜਾਂਦਾ। ਉਸ ਤੋਂ ਬਾਅਦ ਕੱਟੇ ਦੇ ਦੁੱਖ ਵਿੱਚ ਮੱਝ ਸ਼ਾਮ ਨੂੰ ਦੁੱਧ ਦੇਣਾ ਬੰਦ ਕਰ ਦਿੰਦੀ, ਪਰ ਮੱਝ ਸਵੇਰ ਨੂੰ ਦੁੱਧ ਦੇ ਦਿੰਦੀ ਅਤੇ ਸ਼ਾਮ ਨੂੰ ਫਿਰ ਨਾ ਮੱਝ ਮਿਲਦੀ। ਇਸੇ ਤਰ੍ਹਾਂ ਥੋੜ੍ਹੇ ਕੁ ਦਿਨ ਚੱਲਦਾ ਰਿਹਾ ਜੀ। ਮੱਝ ਸਵੇਰ ਨੂੰ ਦੁੱਧ ਦਿੰਦੀ ਰਹੀ, ਸ਼ਾਮ ਨੂੰ ਦੁੱਧ ਨਾ ਦੇਵੇ। ਉਹ ਘਰ ਦੇ ਬੜੇ ਦੁਖੀ ਹੋਏ ਕਿ ਇਹ ਕੀ ਚੱਕਰ ਪੈ ਗਿਆ, ਅਤੇ ਪਿੰਡ 'ਚ ਉਹਨਾਂ ਨੂੰ ਕੋਈ ਦੱਸਦਾ ਕਿ ਤੁਹਾਡੀ ਮੱਝ ਨੂੰ ਕਸਰ ਹੋਈ ਓ ਆ। ਨਾਲ ਦੇ ਪਿੰਡ ਇੱਕ ਪੰਡਿਤ ਜੀ ਆ ਜਿਨ੍ਹਾਂ ਨੂੰ ਸਤਿਕਾਰ ਨਾਲ ਪਾਂਡੇ ਜੀ ਕਹਿੰਦੇ ਆ, ਉਹਨਾਂ ਕੋਲ ਜਾਓ, ਉਹ ਤੁਹਾਡਾ ਹੱਲ ਕਰ ਦੇਣਗੇ। ਅਤੇ ਫਿਰ ਬਾਪੂ ਇਸੇ ਤਰ੍ਹਾਂ ਕਰਦਾ ਕਿ ਪਾਂਡੇ ਜੀ ਕੋਲ ਜਾਂਦਾ। ਉਹ ਪਾਂਡੇ ਜੀ ਨੂੰ ਸਾਰੀ ਕਹਾਣੀ ਦੱਸਦਾ ਅਤੇ ਪਾਂਡੇ ਉਹਦਾ ਹੱਲ ਕਰਨ ਲਈ ਉਹਨੂੰ ਇੱਕ ਪਾਣੀ ਦੀ ਗੜਵੀ ਦਿੰਦਾ ਅਤੇ ਕਹਿੰਦਾ, ਮੈਂ ਇਹਨੂੰ ਮੰਤਰ ਵਗੈਰਾ ਕੀਤਾ ਆ, ਜਾ ਕੇ ਮੱਝ ਦੇ ਥਣਾਂ 'ਤੇ ਛਿੱਟੇ ਮਾਰੋ, ਮੱਝ ਮਿਲ ਪਵੇਗੀ। ਅਤੇ ਹੁੰਦਾ ਵੀ ਇਸੇ ਤਰ੍ਹਾਂ, ਅਤੇ ਮੱਝ ਦੇ ਥਣਾਂ 'ਤੇ ਆ ਕੇ ਛਿੱਟੇ ਮਾਰਦੇ, ਮੱਝ ਮਿਲ ਪੈਂਦੀ ਆ। ਉਹ ਬੜਾ ਖੁਸ਼ ਹੁੰਦੇ। ਉਹ ਇਸੇ ਤਰ੍ਹਾਂ ਆਪਣੇ ਮੁੰਡੇ ਦੀ ਡਿਊਟੀ ਲਾਉਂਦੇ ਆ ਕਿ ਡੇਲੀ ਜਾਵੇ ਅਤੇ ਪਾਂਡੇ ਜੀ ਕੋਲੋਂ ਪਾਣੀ ਨੂੰ ਮੰਤਰ ਵਗੈਰਾ ਕਰਵਾ ਕੇ ਲਿਆਵੇ, ਜਾਦੂ ਟੂਣਾ ਕਰਵਾ ਕੇ ਲਿਆਵੇ ਅਤੇ ਮੱਝ ਚੋਈ ਜਾਈਏ। ਇਸੇ ਤਰ੍ਹਾਂ ਥੋੜ੍ਹੇ ਕੁ ਦਿਨ ਚੱਲਦਾ ਰਿਹਾ। ਇੱਕ ਦਿਨ ਕੀ ਹੋਇਆ, ਮੁੰਡਾ ਪਾਣੀ ਦੀ ਗੜਵੀ ਲੈ ਕੇ ਵਾਪਸ ਆ ਰਿਹਾ ਸੀ ਅਤੇ ਗਲੀ 'ਚ ਉਹਨੂੰ ਕੁੱਤੇ ਪੈ ਜਾਂਦੇ ਆ। ਮੁੰਡਾ ਕੁੱਤਿਆਂ ਤੋਂ ਡਰਦਾ ਭੱਜਣ ਲੱਗਦਾ ਤਾਂ ਡਿੱਗ ਪੈਂਦਾ ਅਤੇ ਪਾਣੀ ਵੀ ਡੁੱਲ ਜਾਂਦਾ। ਮੁੰਡਾ ਘਬਰਾ ਜਾਂਦਾ, ਹੁਣ ਮੈਂ ਘਰਦਿਆਂ ਨੂੰ ਕੀ ਕਹੂੰਗਾ। ਉਹ ਕੀ ਕਰਦਾ, ਡਰਦਾ ਡਰਦਾ ਪਿੰਡ ਦੇ ਕਿਸੇ ਨਲਕੇ ਤੋਂ ਪਾਣੀ ਭਰ ਲੈਂਦਾ ਆ ਅਤੇ ਘਰ ਉਹੀ ਪਾਣੀ ਲੈ ਆਉਂਦਾ ਗੜਵੀ 'ਚ ਪਾ ਕੇ। ਮੁੰਡਾ ਨਾਲੇ ਸੋਚਦਾ ਹੈ ਕਿ ਅੱਜ ਕਿਹੜੀ ਮੱਝ ਮਿਲਣੀ ਆ, ਪਾਣੀ ਕਿਹੜਾ ਅੱਜ ਮੰਤਰ ਵਾਲਾ ਹੈ ਤਾਂ ਮੈਂ ਨਲਕੇ ਤੋਂ ਭਰਿਆ। ਪਰ ਮੱਝ ਉਸ ਦਿਨ ਵੀ ਮਿਲ ਪੈਂਦੀ ਹੈ। ਮੁੰਡਾ ਬੜਾ ਹੈਰਾਨ ਹੁੰਦਾ ਕਿ ਬਿਨਾਂ ਮੰਤਰ ਵਾਲੇ ਪਾਣੀ ਦੇ ਨਾਲ ਵੀ ਮੱਝ ਮਿਲ ਪਈ। ਉਹ ਸੋਚਦਾ, ਐਡੀ ਦੂਰ ਮੈਂ ਕੀ ਕਰਨ ਜਾਇਆ ਕਰਨਾ ਦੂਜੇ ਪਿੰਡ, ਮੈਂ ਰੋਜ਼ ਹੀ ਨਲਕੇ ਤੋਂ ਪਾਣੀ ਭਰ ਕੇ ਲਿਆ ਦਿਆ ਕਰਨਾ ਘਰਦਿਆਂ ਨੂੰ। ਉਹ ਇਸੇ ਤਰ੍ਹਾਂ ਕਰਦਾ, ਬਾਹਰ ਤਾਸ਼ ਤੂਸ਼ ਖੇਡਦਾ, ਯਾਰਾਂ ਦੋਸਤਾਂ ਨਾਲ ਗੱਪਾਂ ਛੱਪਾਂ ਮਾਰਦਾ। ਥੋੜ੍ਹੇ ਕੁ ਚਿਰ ਬਾਅਦ ਨਲਕੇ ਤੋਂ ਪਾਣੀ ਭਰ ਕੇ ਘਰਦਿਆਂ ਨੂੰ ਲਿਆ ਆਉਂਦਾ ਅਤੇ ਮੱਝ ਮਿਲਦੀ ਰਹਿੰਦੀ। ਅਤੇ ਇੱਕ ਦਿਨ ਕੀ ਹੁੰਦਾ, ਮੁੰਡਾ ਬਾਹਰੋਂ ਪਾਣੀ ਦੀ ਗੜਵੀ ਭਰ ਕੇ ਲੈ ਕੇ ਆ ਰਿਹਾ ਸੀ ਅਤੇ ਜਦੋਂ ਘਰ ਵੜਦਾ, ਸਾਹਮਣੇ ਮੰਜੇ 'ਤੇ ਬਾਪੂ ਦੇ ਨਾਲ ਪਾਂਡੇ ਜੀ ਬੈਠੇ ਸਨ। ਬਾਪੂ ਕਹਿੰਦਾ, ਓਏ ਤੂੰ ਅੱਜ ਪਾਣੀ ਕਿੱਥੋਂ ਮੰਤਰ ਕਰਵਾ ਕੇ ਲਿਆਇਆ? ਪਾਂਡੇ ਜੀ ਤਾਂ ਮੇਰੇ ਕੋਲ ਘਰ ਆਏ ਹੋਏ ਨੇ ਕਦੋਂ ਦੇ। ਮੁੰਡਾ ਘਬਰਾ ਜਾਂਦਾ। ਉਹ ਕਹਿੰਦਾ ਕਿ ਜੀ ਮੈਂ ਇਹਨਾਂ ਦੀ ਘਰਵਾਲੀ ਤੋਂ ਅੱਜ ਮੰਤਰ ਕਰਵਾ ਕੇ ਲਿਆਇਆ, ਉਹ ਵੀ ਜਾਣੀ ਜਾਣ ਨੇ, ਅਤੇ ਉੱਦਣ ਵੀ ਮੱਝ ਮਿਲ ਪੈਂਦੀ ਆ। ਪਰ ਉਸ ਦਿਨ ਤੋਂ ਬਾਅਦ ਬਾਪੂ ਆਪਣੇ ਮੁੰਡੇ ਨੂੰ ਪਾਂਡੇ ਜੀ ਕੋਲ ਭੇਜਣਾ ਬੰਦ ਕਰ ਦਿੰਦਾ, ਕਿਉਂਕਿ ਬਾਪੂ ਜਾਣਦਾ ਸੀ ਕਿ ਪਾਂਡੇ ਜੀ ਦਾ ਵਿਆਹ ਨਹੀਂ ਹੋਇਆ ਆ।
ਤੇ ਇਸ ਤਰ੍ਹਾਂ ਇਹ ਕਹਾਣੀ ਬਿਆਨ ਕਰਦੀ ਆ ਕਿ ਇਹ ਸਭ ਕੁਝ ਸਾਡਾ ਭੁਲੇਖਾ ਹੁੰਦਾ ਆ, ਵਹਿਮ ਭਰਮ ਹੁੰਦਾ ਆ, ਜਿਸ ਨੂੰ ਅਸੀਂ ਮੰਨਦੇ ਹਾਂ। ਕਈ ਕਾਰਜ ਆਪਣੇ ਆਪ ਖੁਦ ਹੋ ਜਾਣੇ ਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਨਾਂ ਲਾ ਦਿੰਦੇ ਨੇ। ਜੀ ਸੰਦੀਪ ਜੀ, ਬਹੁਤ ਹੀ ਵਧੀਆ ਤੁਸੀਂ ਕਹਾਣੀ ਦੇ ਰਾਹੀਂ ਦੱਸਿਆ ਕਿ ਵਹਿਮਾਂ ਭਰਮਾਂ ਦਾ ਖੰਡਨ ਕਿੱਦਾਂ ਕੀਤਾ ਜਾ ਸਕਦਾ ਹੈ ਜਾਂ ਅਸੀਂ ਕਿੱਦਾਂ ਵਹਿਮਾਂ ਭਰਮਾਂ ਦੇ ਉੱਪਰ ਵਿਸ਼ਵਾਸ ਕਰਨ ਲੱਗ ਜਾਂਦੇ ਹਾਂ। ਤੇ ਵੱਧਦੇ ਹਾਂ ਆਪਣੇ ਅਗਲੇ ਸਵਾਲ ਵੱਲ। ਅੱਗੇ ਹੋਰ ਵਹਿਮ ਭਰਮ ਦੀ ਗੱਲ ਕਰੀਏ ਤਾਂ ਜਿਵੇਂ ਕੁਝ ਗੱਲਾਂ ਅਜਿਹੀਆਂ ਵੀ ਨੇ ਜਿਨ੍ਹਾਂ ਨੂੰ ਅਸੀਂ ਖੁਦ ਮੋਲਡ ਕੀਤਾ ਹੋਇਆ ਹੁੰਦਾ ਹੈ, ਖੁਦ ਉਸਾਰਿਆ ਹੁੰਦਾ ਹੈ। ਇਹੋ ਜਿਹੇ ਕਿਹੜੇ ਵਹਿਮ ਭਰਮ ਜਾਂ ਧਾਰਨਾਵਾਂ ਨੇ? ਕੋਈ ਪ੍ਰਚਲਿਤ ਉਦਾਹਰਨ ਦਿਓ। ਹਾਂਜੀ, ਤੁਹਾਡਾ ਸਵਾਲ ਬਹੁਤ ਵਧੀਆ ਆ। ਉਹਨਾਂ ਭਰਮਾਂ ਧਾਰਨਾਵਾਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਆ ਜਿਨ੍ਹਾਂ ਨੂੰ ਅਸੀਂ ਮੋਲਡ ਕਰਕੇ ਆਪਣੀ ਰੀਤੀ ਰਿਵਾਜ ਅਤੇ ਰਸਮਾਂ ਬਣਾ ਚੁੱਕੇ ਹਾਂ। ਮੈਂ ਇੱਕ ਉਦਾਹਰਣ ਦੱਸਦਾ। ਜਿਵੇਂ ਅਗਰ ਅਸੀਂ ਆਪਣੇ ਕਲਚਰ ਦੀ ਗੱਲ ਕਰੀਏ ਤਾਂ ਇੱਕ ਗੱਲ ਆਮ ਦੇਖਣ ਨੂੰ ਮਿਲਦੀ ਆ, ਜਦੋਂ ਕੋਈ ਬੰਦਾ ਮਰਦਾ ਤਾਂ ਉਹਦਾ ਸੰਸਕਾਰ ਕਰਨ ਤੋਂ ਪਹਿਲਾਂ ਬੰਦੇ ਦੇ ਸਿਰ ਕੋਲ ਘੜਾ ਪਾਉਂਦੇ ਆ। ਅਸੀਂ ਹਮੇਸ਼ਾ ਅਜਿਹਾ ਦੇਖਦੇ ਆਏ ਹਾਂ, ਬਸ ਉਸ ਨੂੰ ਰਸਮ ਸਮਝਦੇ ਹੋਏ ਅਸਲੀਅਤ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਅਜਿਹਾ ਕਿਉਂ ਕੀਤਾ ਜਾਂਦਾ। ਇਸ ਦਾ ਪਿਛੋਕੜ ਮੈਂ ਦੱਸਣਾ ਚਾਹੁੰਦਾ ਕਿ ਉਹ ਕੀ ਹੈ। ਕੋਈ ਜ਼ਮਾਨਾ ਹੁੰਦਾ ਸੀ ਜਦੋਂ ਮੈਡੀਕਲ ਸਹੂਲਤਾਂ ਅੱਜ ਵਾਂਗ ਐਡਵਾਂਸ ਨਹੀਂ ਸਨ। ਉਸ ਵੇਲੇ ਹਕੀਮ ਵਗੈਰਾ ਹੀ ਹੁੰਦੇ ਸਨ। ਜਦੋਂ ਬੰਦਾ ਮਰਦਾ ਸੀ ਤਾਂ ਉਸ ਨੂੰ ਧਰਤੀ 'ਤੇ ਲੰਮਾ ਪਾ ਕੇ ਉਸ ਦੇ ਸਿਰ ਨੇੜੇ ਪਾਣੀ ਦਾ ਘੜਾ ਪਾਉਂਦੇ ਸਨ, ਜਿਸ ਨਾਲ ਇਹ ਚੈੱਕ ਕੀਤਾ ਜਾਂਦਾ ਸੀ ਕਿ ਬੰਦਾ ਪੱਕਾ ਮਰ ਚੁੱਕਾ ਆ। ਅਗਰ ਤਾਂ ਬੰਦਾ ਘੜੇ ਦੀ ਆਵਾਜ਼ ਸੁਣ ਕੇ ਨਹੀਂ ਹਿਲਦਾ ਜਾਂ ਫਿਰ ਨਹੀਂ ਉੱਠਦਾ ਤਾਂ ਇਹ ਕਨਫਰਮ ਹੋ ਜਾਂਦਾ ਸੀ ਕਿ ਬੰਦਾ ਅਸਲ ਵਿੱਚ ਹੀ ਮਰ ਚੁੱਕਾ ਆ, ਕਿਉਂਕਿ ਹੋਰ ਕੋਈ ਐਡਵਾਂਸ ਮੈਡੀਕਲ ਸਹੂਲਤਾਂ ਨਹੀਂ ਸੀ ਉਸ ਵੇਲੇ ਕਿ ਬੰਦਾ ਜਿੰਦਾ ਹੈ ਕਿ ਮਰਿਆ ਚੈੱਕ ਕਿੱਦਾਂ ਕਰੀਏ। ਇਸ ਕਰਕੇ ਉਦੋਂ ਇਹ ਲੋੜ ਸੀ ਅਜਿਹਾ ਕਰਨ ਦੀ। ਤਾਂ ਕਰਕੇ ਸੰਸਕਾਰ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਕਨਫਰਮ ਕਰ ਲੈਂਦੇ ਸੀ ਕਿਤੇ ਬੇਹੋਸ਼ ਬੰਦੇ ਦਾ ਸੰਸਕਾਰ ਨਾ ਕਰ ਦਈਏ। ਪਰ ਅੱਜ ਇਸ ਦੀ ਜ਼ਰੂਰਤ ਨਹੀਂ ਆ। ਅੱਜ ਮੈਡੀਕਲ ਨੇ ਕਾਫੀ ਤਰੱਕੀ ਕਰ ਲਈ ਆ। ਡਾਕਟਰ ਜਾਂ ਹਸਪਤਾਲ ਵਾਲੇ ਆਪ ਹੀ ਦੱਸ ਦਿੰਦੇ ਆ ਕਿ ਬੰਦਾ ਖਤਮ ਹੋ ਚੁੱਕਾ ਆ। ਫਿਰ ਵੀ ਅਸੀਂ ਇਸ ਨੂੰ ਰਸਮ ਸਮਝਦੇ ਹੋਏ ਇਸ ਨੂੰ ਜ਼ਰੂਰ ਕਰਦੇ ਹਾਂ। ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਨੇ ਜਿਨ੍ਹਾਂ ਬਾਰੇ ਸੋਚੋਗੇ ਅਸੀਂ ਕਿਉਂ ਕਰਦੇ ਹਾਂ, ਇਹਨਾਂ ਪਿੱਛੇ ਸੱਚਾਈ ਕੀ ਹੈ। ਜੀ ਸੰਦੀਪ ਜੀ, ਬਿਲਕੁਲ ਸਹੀ ਤੁਸੀਂ ਦੱਸਿਆ ਕਿ ਜੋ ਸਮੇਂ ਦੀ ਲੋੜ ਦੇ ਮੁਤਾਬਕ ਕੋਈ ਨਾ ਕੋਈ ਐਸੇ ਤੌਰ ਤਰੀਕੇ ਅਪਣਾਏ ਜਾਂਦੇ ਹਨ ਜਿਨ੍ਹਾਂ ਦੀ ਉਸ ਸਮੇਂ ਜ਼ਰੂਰਤ ਹੁੰਦੀ ਹੈ। ਅਤੇ ਅੱਜ ਦੇ ਸਮੇਂ ਦੇ ਵਿੱਚ ਘੜਾ ਭੰਨਣ ਦੀ ਕੋਈ ਅਜਿਹੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਪਹਿਲੇ ਸਮੇਂ ਦੇ ਵਿੱਚ ਸਿਰਫ ਜੋ ਮੁਰਦਾ ਹੁੰਦਾ ਹੈ ਉਹਦਾ ਸੰਸਕਾਰ ਕਰਨ ਤੋਂ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਉਹ ਮਰਿਆ ਹੈ ਜਾਂ ਅਜੇ ਜਿੰਦਾ ਹੈ। ਇਸ ਨੂੰ ਚੈੱਕ ਕਰਨ ਲਈ ਉਹਦੇ ਸਿਰ ਦੇ ਲਾਗੇ ਘੜਾ ਭੰਨਿਆ ਜਾਂਦਾ ਸੀਗਾ, ਪਰ ਅੱਜ ਕੱਲ੍ਹ ਇਸ ਦੀ ਜ਼ਰੂਰਤ ਨਹੀਂ ਹੈ। ਦਰਸ਼ਕ ਇਹ ਜ਼ਰੂਰ ਜਾਣਨਾ ਚਾਹਣਗੇ ਕਿ ਰੀਤੀ ਰਿਵਾਜ ਅਤੇ ਅੰਧ ਵਿਸ਼ਵਾਸ ਕਿਸ ਤਰ੍ਹਾਂ ਬਣਦੇ ਨੇ, ਇਹਨਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ। ਰੀਤੀ ਰਿਵਾਜ ਅਤੇ ਅੰਧ ਵਿਸ਼ਵਾਸ, ਇਹਨਾਂ ਦਾ ਅਗਰ ਨਿਚੋੜ ਕੱਢਿਆ ਜਾਵੇ ਤਾਂ ਦੋਨਾਂ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਇਹਨਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ? ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ। ਅਗਰ ਅਸਲ ਵਿੱਚ ਦੇਖਿਆ ਜਾਵੇ ਤਾਂ ਸਾਡੀਆਂ ਲੋੜਾਂ, ਸਾਡੀਆਂ ਜ਼ਰੂਰਤਾਂ ਹੀ ਰੀਤੀ ਰਿਵਾਜ ਪੈਦਾ ਕਰਦੀਆਂ ਨੇ ਤੇ ਅੱਗੇ ਜਾ ਕੇ ਅੰਧ ਵਿਸ਼ਵਾਸ ਦਾ ਰੂਪ ਧਾਰਨ ਕਰਦੀਆਂ ਨੇ। ਜਿਵੇਂ ਇੱਕ ਉਦਾਹਰਣ ਹੈ ਕਿ ਲੋੜ ਕਾਢ ਦੀ ਮਾਂ ਹੈ। ਇਸੇ ਤਰ੍ਹਾਂ ਸਾਨੂੰ ਕੋਈ ਲੋੜ ਪਈ ਹੁੰਦੀ ਆ, ਅਸੀਂ ਉਸ ਨੂੰ ਹੱਲ ਕਰਨ ਦਾ ਰਸਤਾ ਲੱਭਦੇ ਹਾਂ। ਉਸ ਤੋਂ ਬਾਅਦ ਉਹ ਹੱਲ ਕੀਤਾ ਤਰੀਕਾ ਅਸੀਂ ਅਪਣਾਉਂਦੇ ਹਾਂ। ਫਿਰ ਹੌਲੀ ਹੌਲੀ ਅਸੀਂ ਉਸ ਲੋੜ ਦੀ ਖੋਜ ਨੂੰ, ਉਸ ਤਰੀਕੇ ਨੂੰ ਇੰਨਾ ਅਪਣਾਉਣ ਲੱਗ ਜਾਂਦੇ ਹਾਂ ਕਿ ਉਹ ਸਾਡੇ ਰੀਤੀ ਰਿਵਾਜ ਦਾ ਰੂਪ ਧਾਰਨ ਕਰ ਲੈਂਦੇ ਆ। ਫਿਰ ਸਮਾਂ ਗੁਜ਼ਰਦਾ ਜਾਂਦਾ, ਇਨਸਾਨ ਭੁੱਲਦਾ ਜਾਂਦਾ ਕਿ ਰਸਮ ਰਿਵਾਜ ਜੋ ਕਰ ਰਹੇ ਹਾਂ ਇਹ ਕਿਉਂ ਸ਼ੁਰੂ ਕੀਤੇ ਸੀ, ਅਤੇ ਉਹੀ ਰਸਮ ਜੋ ਲੋੜ ਦੀ ਕਾਢ ਤੋਂ ਬਾਅਦ ਬਣੀ ਸੀ ਅੱਜ ਅੰਧ ਵਿਸ਼ਵਾਸ ਦਾ ਰੂਪ ਧਾਰਨ ਕਰ ਲੈਂਦੀ ਹੈ। ਮੈਂ ਬਹੁਤੀ ਦੂਰ ਗੱਲ ਨਹੀਂ ਲੈ ਕੇ ਜਾਂਦਾ, ਇੱਕ ਸੌਖੀ ਜਿਹੀ ਉਦਾਹਰਨ ਦਿੰਦਾ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਮਰੇ ਬੰਦੇ ਦੇ ਸਿਰ ਨੇੜੇ ਘੜਾ ਭੰਨਿਆ ਜਾਂਦਾ, ਕਿਉਂ ਭੰਨਿਆ ਜਾਂਦਾ ਇਹ ਵੀ ਮੈਂ ਦੱਸਿਆ ਸੀ। ਇਹ ਰਸਮ ਵੀ ਇੱਕ ਅੰਧ ਵਿਸ਼ਵਾਸ ਹੀ ਹੈ ਜਿਨ੍ਹਾਂ ਨੂੰ ਇਸ ਦਾ ਪਤਾ ਨਹੀਂ ਹੈ। ਕਿਸੇ ਵੇਲੇ ਸਾਡੀ ਜ਼ਰੂਰਤ ਸੀ ਘੜਾ ਭੰਨਣ ਦੀ, ਮੈਂ ਪਹਿਲਾਂ ਦੱਸ ਚੁੱਕਾ ਕਿ ਇਸ ਦੀ ਜ਼ਰੂਰਤ ਕਿਉਂ ਸੀ। ਅੱਗੇ ਇਹੀ ਜ਼ਰੂਰਤ ਰਸਮ ਰਿਵਾਜ ਬਣ ਗਈ ਅਤੇ ਇਹੀ ਅੰਧ ਵਿਸ਼ਵਾਸ ਬਣ ਚੁੱਕਾ ਆ। ਸੋਚੋ ਕਿ ਕਿਸੇ ਦੀ ਮੌਤ ਕਿਸੇ ਦੁਰਘਟਨਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਹੁੰਦੀ ਆ, ਉਸ ਦਾ ਪੋਸਟਮਾਰਟਮ ਹੁੰਦਾ ਹੈ ਅਤੇ ਬੋਡੀ ਨੂੰ ਚਲਾਉਣ ਵਾਲੇ ਉਸ ਦੇ ਔਰਗਨ ਵੀ ਕੱਢ ਲਏ ਜਾਣ, ਫਿਰ ਵੀ ਉਸ ਬੰਦੇ ਦੇ ਸੰਸਕਾਰ ਕਰਨ ਵੇਲੇ ਘੜਾ ਭੰਨਿਆ ਜਾਵੇ ਅਤੇ ਕੀ ਬੰਦਾ ਘੜੇ ਦੀ ਆਵਾਜ਼ ਸੁਣ ਕੇ ਉੱਠ ਸਕਦਾ ਹੈ? ਬਿਲਕੁਲ ਨਹੀਂ। ਇਸ ਨੂੰ ਕੀ ਕਹਾਂਗੇ? ਅੰਧ ਵਿਸ਼ਵਾਸ। ਜੀ ਸੰਦੀਪ ਜੀ, ਬਿਲਕੁਲ ਇਨਸਾਨ ਨੂੰ ਵਿਸ਼ਵਾਸ ਅਤੇ ਅੰਧ ਵਿਸ਼ਵਾਸ ਦੇ ਵਿਚਲਾ ਫਰਕ ਜੋ ਹੈ ਉਹ ਪਤਾ ਕਰ ਲੈਣਾ ਚਾਹੀਦਾ ਹੈ। ਉਸ ਬਾਰੇ ਉਸ ਨੂੰ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ। ਅਤੇ ਵੱਧਦੇ ਹਾਂ ਆਪਣੇ ਅਗਲੇ ਪ੍ਰਸ਼ਨ ਵੱਲ। ਕੁਝ ਉਦਾਹਰਨਾਂ ਦਿਓ, ਕਿਹੜੇ ਕਿਹੜੇ ਵਹਿਮ ਭਰਮ ਨੇ
ਕਿਹੜੀਆਂ-ਕਿਹੜੀਆਂ ਪ੍ਰਚਲਿਤ ਧਾਰਨਾਵਾਂ ਨੇ ਸਾਡੇ ਦੇਸ਼ ਅੰਦਰ ਅਤੇ ਸਾਡੇ ਸਮਾਜ ਅੰਦਰ? ਅਰਸ਼, ਜੋ ਤੁਸੀਂ ਪੁੱਛ ਰਹੇ ਹੋ, ਅਗਰ ਮੈਂ ਇਹਦਾ ਜਵਾਬ ਦੇਣ ਲੱਗ ਜਾਵਾਂ ਕਿ ਸਾਡੇ ਦੇਸ਼ ਅੰਦਰ, ਸਾਡੇ ਸਮਾਜ ਅੰਦਰ ਕਿਹੜੇ-ਕਿਹੜੇ ਵਹਿਮ ਭਰਮ, ਕਿਹੜੀਆਂ-ਕਿਹੜੀਆਂ ਧਾਰਨਾਵਾਂ ਪ੍ਰਚਲਿਤ ਨੇ, ਤਾਂ ਸ਼ਾਇਦ ਗੱਲ ਮੁੱਕਣ ਤੇ ਹੀ ਨਾ ਆਵੇ। ਮੈਂ ਕੁਝ ਮੋਟੀਆਂ-ਮੋਟੀਆਂ ਉਦਾਹਰਨਾਂ ਦੱਸਦਾ ਜੋ ਸਾਡੇ ਜੀਵਨ ਵਿੱਚ ਆਮ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਅਗਰ ਅਸੀਂ ਕਿਤੇ ਜਾਣਾ ਹੋਵੇ, ਅੱਗਿਓਂ ਕੋਈ ਛਿੱਕ ਮਾਰ ਦੇਵੇ ਤਾਂ ਸਮਝਿਆ ਜਾਂਦਾ ਕਿ ਇਹ ਬਦਸ਼ਗੁਨ ਹੈ। ਹਜੇ ਰੁਕ ਲਓ ਥੋੜ੍ਹਾ, ਫਿਰ ਜਾਇਓ ਜਾਂ ਫਿਰ ਚੱਲਦੇ ਹਾਂ। ਪੌਣ ਪਈ ਹੋਵੇ ਘੜੀ ਤੇ ਤਾਂ ਹਜੇ ਰੁਕ ਲਓ। ਘਰੋਂ ਬਾਹਰ ਨਿਕਲਦੇ ਕੋਈ ਖਾਲੀ ਟੋਕਰੇ ਵਾਲਾ ਮਿਲ ਜਾਵੇ, ਕੋਈ ਖਾਲੀ ਬਰਤਨ ਵਾਲਾ ਮਿਲ ਜਾਵੇ, ਤਾਂ ਬੰਦਾ ਇਹਨੂੰ ਮਨਹੂਸ ਸਮਝਦਾ ਆ ਤੇ ਸੋਚਦਾ ਅੱਜ ਇਹ ਕੰਮ ਨਹੀਂ ਹੋਣਾ। ਨਾਲੇ ਮਨ ਵਿੱਚ ਗਾਲਾਂ ਕੱਢਦਾ ਹੋਵੇਗਾ ਅਗਲੇ ਬੰਦੇ ਨੂੰ, ਨਾਲ ਦੀ ਨਾਲ ਆਪਣੇ ਕੰਮ ਪ੍ਰਤੀ ਨੈਗੇਟਿਵਿਟੀ ਭਰੀ ਜਾਂਦਾ। ਹੋਰ ਜਾਂ ਫਿਰ ਆਉਂਦੇ ਜਾਂਦੇ ਬਿੱਲੀ ਰਾਹ ਕੱਟ ਜਾਵੇ ਤਾਂ ਵੀ ਮਨ ਅੰਦਰ ਡਰ ਪੈਦਾ ਹੋ ਜਾਂਦਾ ਕਿ ਅੱਜ ਕੁਝ ਮਾੜਾ ਹੋਣਾ ਜਾਂ ਫਿਰ ਕੰਮ ਨਹੀਂ ਹੋਣਾ। ਇਹ ਤਾਂ ਸੀ ਆਉਣ ਜਾਣ ਵੇਲੇ ਦੀਆਂ ਧਾਰਨਾਵਾਂ। ਹੋਰ ਵੀ ਬਹੁਤ ਸਾਰੇ ਵਿਚਾਰ ਕੀਤੇ ਜਾਂਦੇ, ਜਿਵੇਂ ਮੰਗਲਵਾਰ ਸ਼ਨੀਵਾਰ ਸਿਰ ਨਹੀਂ ਧੋਣਾ, ਰਾਤ ਨੂੰ ਵਾਲ ਨਹੀਂ ਵਾਹੁਣੇ, ਰਾਤ ਨੂੰ ਨਹੁੰ ਨਹੀਂ ਕੱਟਣੇ, ਨਵੇਂ ਜਾਂ ਜ਼ਰੂਰੀ ਕੰਮ ਜਾਣ ਲੱਗੇ ਮਿੱਠੇ ਵਾਲਾ ਦਹੀਂ ਖਾ ਕੇ ਜਾਣਾ। ਯਾਰ ਕਦੀ ਸੋਚਿਆ ਕਿਹੜੇ ਮਹਾਂਪੁਰਸ਼ ਕਹਿ ਗਏ ਨੇ? ਕਿਸ ਵਿਦਵਾਨ ਨੇ ਅਜਿਹਾ ਕਿਹਾ? ਬਸ ਇੱਕੋ ਗੱਲ ਸੁਣਦੇ ਆਏ ਆ ਕਿ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ। ਸਿਆਣਿਆਂ ਨੇ ਕਿਹਾ ਆ, ਸਿਆਣਿਆਂ ਨੇ ਕਿਹਾ ਆ। ਉਹ ਪਤਾ ਵੀ ਲੱਗੇ ਕੌਣ ਸੀ ਸਿਆਣਾ ਜੋ ਤੁਹਾਡੇ ਨਾਲ ਐਡੀ ਚਲਾਕੀ ਖੇਡ ਗਿਆ ਤੇ ਤੁਸੀਂ ਬੇਵਕੂਫ ਬਣੀ ਜਾ ਰਹੇ ਹੋ। ਬਾਕੀ ਹੋਰ ਕਿਸੇ ਦੇ ਕੱਪੜੇ ਕੱਟੇ ਗਏ, ਘਰਾਂ 'ਚ ਖੂਨ ਦੇ ਛਿੱਟੇ, ਕਿਸੇ ਦੇ ਘਰ ਰੋੜੇ ਡਿੱਗਦੇ, ਕਦੀ ਕੁੜੀਆਂ ਦੇ ਵਾਲ ਕੱਟ ਹੋਣ ਲੱਗ ਜਾਂਦੇ। ਇਹਨਾਂ ਸਭ ਪਿੱਛੇ ਇੱਕ ਚਾਲ ਛੁਪੀ ਹੁੰਦੀ ਆ, ਹੋਰ ਕੁਝ ਨਹੀਂ ਹੁੰਦਾ। ਜੀ ਬਿਲਕੁਲ ਸੰਦੀਪ ਜੀ, ਇਹ ਜੋ ਜ਼ਮਾਨਾ ਹੈ ਇਹ ਵਿਗਿਆਨ ਦਾ ਜ਼ਮਾਨਾ ਹੈ, ਥੋੜ੍ਹਾ ਤਰਕ ਦਾ ਜ਼ਮਾਨਾ ਹੈ। ਸਾਰੇ ਅੱਜ ਕੱਲ੍ਹ ਜ਼ਿਆਦਾਤਰ ਪੜ੍ਹੇ ਲਿਖੇ ਹਨ ਅਤੇ ਸਾਨੂੰ ਖੁਦ ਸਮਝਣ ਦੀ ਜ਼ਰੂਰਤ ਹੈ ਕਿ ਕੀ ਸਾਡੇ ਲਈ ਚੰਗਾ ਹੈ ਅਤੇ ਕੀ ਸਾਡੇ ਲਈ ਮਾੜਾ ਹੈ। ਕਿਹੜੀਆਂ ਧਾਰਨਾਵਾਂ ਨੇ ਜਿਨ੍ਹਾਂ ਦਾ ਖੰਡਨ ਕਰਨਾ ਚਾਹੀਦਾ ਹੈ, ਅਜਿਹੇ ਕਿਹੜੇ ਰੀਤੀ ਰਿਵਾਜ ਨੇ ਜਿਨ੍ਹਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਅਤੇ ਇਸ ਤੋਂ ਇਲਾਵਾ ਦੱਸੋ ਤੁਸੀਂ ਕਿਹੜੇ ਅਜਿਹੇ ਕੰਮ, ਅਜਿਹੀਆਂ ਧਾਰਨਾਵਾਂ, ਅਜਿਹੇ ਰਸਮ ਰਿਵਾਜ ਜਿਨ੍ਹਾਂ ਨੂੰ ਸਮਝਦੇ ਹੋ ਇਹ ਵਿਅਰਥ ਹਨ, ਉਹਨਾਂ ਨੂੰ ਝੂਠ ਸਮਝਦੇ ਹੋ, ਉਹਨਾਂ ਨੂੰ ਨਕਾਰਦੇ ਹੋ, ਅਤੇ ਜਿਨ੍ਹਾਂ ਨੂੰ ਸਮਝਦੇ ਹੋ ਕਿ ਚੰਗੇ ਸਮਾਜ ਵਿੱਚ ਇਹਨਾਂ ਚੀਜ਼ਾਂ ਦਾ ਵਜੂਦ ਨਹੀਂ ਹੋਣਾ ਚਾਹੀਦਾ, ਉਹ ਜ਼ਰੂਰ ਸਾਂਝੇ ਕਰੋ ਜੀ। ਅਰਸ਼, ਬਹੁਤ ਸਾਰੇ ਅਜਿਹੇ ਪ੍ਰਚਲਿਤ ਰਿਵਾਜ, ਵਹਿਮ ਭਰਮ, ਧਾਰਨਾਵਾਂ ਹਨ ਜਿਨ੍ਹਾਂ ਨੇ ਸਮਾਜ ਅੰਦਰ ਬੁਰਾਈਆਂ ਪੈਦਾ ਕੀਤੀਆਂ ਹੋਈਆਂ ਨੇ, ਬੇਅਰਥ ਕਾਰਜ ਪੈਦਾ ਕੀਤੇ ਹੋਏ ਨੇ, ਭੇਦਭਾਵ ਪੈਦਾ ਕੀਤਾ ਹੋਇਆ ਹੈ। ਮੈਂ ਸਮਝਦਾ ਹਾਂ ਕਿ ਅਰਾਜਕਤਾ ਪੈਦਾ ਕੀਤੀ ਹੋਈ ਆ। ਜਿਵੇਂ ਪਹਿਲੀ ਗੱਲ ਮੈਂ ਕਰਦਾ ਕਿ ਬਹੁਤ ਸਾਰੇ ਪਖੰਡੀ ਬਾਬੇ, ਤਾਂਤਰਿਕ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨੇ, ਭਵਿੱਖ ਦੱਸ ਰਹੇ ਨੇ, ਜੋ ਕਿ ਝੂਠ ਵੀ ਆ ਅਤੇ ਕੁਦਰਤ ਦੇ ਨਿਯਮ ਦੇ ਖਿਲਾਫ ਵੀ ਆ। ਫਿਰ ਵੀ ਉਹ ਬੰਦੇ ਬੈਠੇ ਹੋਏ ਨੇ ਕੰਮ ਖੋਲ੍ਹ ਕੇ। ਉਹਨਾਂ ਦਾ ਇਹ ਕੰਮ ਖੋਲ੍ਹਣਾ ਫਾਇਦੇਮੰਦ ਆ ਕਿਉਂਕਿ ਅਸੀਂ ਲੋਕ ਹੀ ਉਹਨਾਂ ਦੇ ਕੋਲ ਜਾਂਦੇ ਹਾਂ ਆਪਣੀਆਂ ਸਮੱਸਿਆਵਾਂ ਲੈ ਕੇ। ਉਹ ਦਾਅਵਾ ਕਰੀ ਜਾਂਦੇ ਨੇ ਕਿ ਅਸੀਂ ਸਮੱਸਿਆਵਾਂ ਤੁਹਾਡੀਆਂ ਦੂਰ ਕਰਦੇ ਹਾਂ, ਵਸ਼ੀਕਰਨ ਕਰਾਉਂਦੇ ਹਾਂ, ਨੌਕਰੀ, ਤਲਾਕ, ਪ੍ਰੇਮ ਵਿਆਹ, ਹਰ ਤਰ੍ਹਾਂ ਦਾ ਸਮਾਧਾਨ ਲੈ ਕੇ ਬੈਠੇ ਹੋਏ ਨੇ। ਇੱਥੋਂ ਤੱਕ ਅੱਜ ਕੱਲ੍ਹ ਕਈ ਬਾਬੇ ਕੈਨੇਡਾ ਵਿੱਚ ਜਾਂ ਹੋਰ ਕਈ ਦੇਸ਼ਾਂ ਵਿੱਚ ਆਪਣੀ ਸ਼ਕਤੀ ਦੇ ਨਾਲ PR ਤੱਕ ਕਰਵਾਉਣ ਦੇ ਦਾਅਵੇ ਕਰੀ ਜਾ ਰਹੇ ਨੇ। ਉਹ ਜੇ ਇੰਨੀ ਸ਼ਕਤੀ ਸੀ ਤਾਂ ਕਰੋਨਾ ਵਾਇਰਸ ਵਰਗੀ ਬਿਮਾਰੀ ਦੀ ਭਵਿੱਖਬਾਣੀ ਕਰ ਦਿੰਦੇ। ਉਹ ਤਾਂ ਨਹੀਂ ਪਤਾ ਲੱਗੀ ਤੁਹਾਨੂੰ, ਹੁਣੇ ਸਮਾਧਾਨ ਕਰ ਦਿਓ ਉਸਦਾ। ਕੋਈ ਟੋਟਕਾ ਦੇ ਦਿਓ, ਕੋਈ ਧਾਗਾ ਤਵੀਤ ਦੇ ਦਿਓ ਜਿਸ ਨਾਲ ਕਰੋਨਾ ਵਾਇਰਸ ਲਾਗੇ ਨਾ ਆਵੇ। ਹੱਦ ਕਰੀ ਜਾਂਦੇ ਲੋਕ ਵੀ ਅਜਿਹੇ ਕੰਮ ਚਲਾਉਣ ਵਾਲੇ। ਉਸ ਤੋਂ ਵੱਧ ਹੱਦ ਇਹਨਾਂ ਨੂੰ ਮੰਨਣ ਵਾਲੇ ਲੋਕ ਕਰੀ ਜਾ ਰਹੇ ਨੇ। ਜਾਦੂ ਟੂਣੇ ਉਪਾਏ ਕਰਨ ਨਾਲ, ਨਹਿਰ 'ਚ ਨਾਰੀਅਲ ਸੁੱਟਣ ਨਾਲ, ਧਾਗੇ ਤਵੀਤ ਪਾਉਣ ਨਾਲ, ਮੁੰਦੀਆਂ ਛੱਲੇ ਪਾਉਣ ਨਾਲ ਅਗਰ ਕੰਮ ਬਣਦੇ ਹੁੰਦੇ ਤਾਂ ਹੁਣ ਨੂੰ ਸਾਰੀ ਦੁਨੀਆ ਨਾ ਤਰ ਜਾਂਦੀ। ਦੁੱਖ ਤਾਂ ਹੋਣੇ ਹੀ ਨਹੀਂ ਸੀ ਦੁਨੀਆ 'ਤੇ। ਸਭ ਲੋਕ ਇਹੀ ਅਪਣਾ ਕੇ ਸੈੱਟ ਨਾ ਹੋ ਜਾਂਦੇ, ਸਭ ਬੰਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾ ਬਣ ਜਾਂਦੇ। ਇਹਨਾਂ ਝੂਠੀਆਂ ਗੱਲਾਂ ਤੋਂ ਬਚੋ, ਆਪਣੇ ਦਿਮਾਗ ਨਾਲ ਕੰਮ ਲਓ। ਇਹਨਾਂ ਨਾਲ ਕੁਝ ਨਹੀਂ ਹੁੰਦਾ, ਬਸ ਸਮਾਂ ਬਰਬਾਦ ਹੁੰਦਾ ਜਾਂ ਫਿਰ ਦਿਮਾਗ ਗਲਤ ਦਿਸ਼ਾ ਲੈਂਦਾ। ਪਰ ਹਾਂ, ਉਹਨਾਂ ਬਾਬਿਆਂ ਦੀ ਰੋਜ਼ੀ ਰੋਟੀ ਜ਼ਰੂਰ ਚੱਲਦੀ ਹੈ ਇਸ ਨਾਲ। ਕਿਸੇ ਦਾ ਕੰਮ ਬਣਦਾ ਹੈ, ਕਿਸੇ ਦਾ ਨਹੀਂ ਬਣਦਾ। ਮੈਂ ਸਮਝਦਾ ਇਹ ਕਿਸੇ ਦੁਆਰਾ ਰੋਕਣ ਨਾਲ ਜਾਂ ਬਾਬੇ ਦੀ ਸ਼ਕਤੀ ਨਾਲ ਨਹੀਂ ਹੁੰਦਾ ਜਾਂ ਵਿਗੜਦਾ। ਇਹ ਆਪਣੀ ਮਿਹਨਤ ਦਾ ਨਤੀਜਾ ਹੋ ਸਕਦਾ ਹੈ, ਆਪਣੀ ਕੋਸ਼ਿਸ਼ ਦਾ ਨਤੀਜਾ ਹੋ ਸਕਦਾ ਹੈ, ਜਾਂ ਕਿਸੇ ਦੀ ਚਾਲ ਦਾ ਜਾਂ ਕਿਸੇ ਦੀ ਸਿਫਾਰਿਸ਼ ਦਾ ਨਤੀਜਾ ਹੋ ਸਕਦਾ ਹੈ, ਜਾਂ ਫਿਰ ਇਹ ਕੁਦਰਤ ਦਾ, ਜਿਸ ਨੂੰ ਕਿਸਮਤ ਕਹਿ ਦਿੰਦੇ ਨੇ, ਉਸ ਦਾ ਨਤੀਜਾ ਹੋ ਸਕਦਾ ਹੈ। ਇਹ ਸਾਡੇ ਸਮਾਜ ਵਿੱਚ ਮੈਂ ਸਮਝਦਾ ਕਿ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਬਾਰੇ ਸਰਕਾਰ ਵੀ ਨਹੀਂ ਸੋਚ ਰਹੀ। ਹੋਰ ਤਾਂ ਹੋਰ TV ਚੈਨਲਾਂ 'ਤੇ ਵੀ ਅਜਿਹੇ ਪ੍ਰੋਗਰਾਮ ਚੱਲਦੇ ਨੇ। ਅਗਲਿਆਂ ਨੂੰ ਕੀ, ਉਹਨਾਂ ਨੂੰ ਤਾਂ ਪਤਾ ਆ ਸਾਡੇ ਦੇਸ਼ ਦੇ ਲੋਕ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਕਰੀ ਬੈਠੇ ਆ। ਇਹ ਪ੍ਰੋਗਰਾਮ ਜ਼ਿਆਦਾ ਚੱਲਣਾ, ਨਾਲੇ ਕਮਾਈ ਕਰੋ, ਨਾਲੇ ਅਗਲਿਆਂ ਨੂੰ ਬੇਵਕੂਫ ਬਣਾਈ ਜਾਓ। ਮੈਨੂੰ ਲੱਗਦਾ ਕਿ ਇੱਕ ਸਮਾਜ ਵਿੱਚ
ਵਧੀਆ ਸਮਾਜ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਬਾਕੀ ਕੁਝ ਹੋਰ ਗੱਲਾਂ ਜਿਵੇਂ ਵਰਤ ਰੱਖਣ ਦਾ ਮਤਲਬ, ਸ਼ਰਾਧ ਕਰਨੇ, ਅਜਿਹੀਆਂ ਕਈ ਰਹੱਸਮਈ ਗੱਲਾਂ ਨੇ ਜਿਨ੍ਹਾਂ ਦੇ ਰਾਜ਼ ਕੀ ਨੇ, ਇਹ ਫਿਰ ਕਿਤੇ ਤੁਹਾਡੇ ਨਾਲ ਸਾਂਝੇ ਕਰਾਂਗੇ। ਜੀ ਬਿਲਕੁਲ ਸੰਦੀਪ ਜੀ, ਅਣਦੇਖਿਆਂ ਕਰਕੇ ਅਸੀਂ ਆਪਣੀ ਸੋਚ ਨੂੰ ਲਾਈਲੱਗ ਬਣਾ ਚੁੱਕੇ ਹਾਂ। ਕੁਝ ਗੱਲਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਜੋ ਅਸੀਂ ਕਰਦੇ ਹਾਂ, ਪਰ ਉਹ ਹੁੰਦੀਆਂ ਬੇਅਰਥ ਨੇ। ਇਹਨਾਂ ਬਾਰੇ ਜਾਣੋ, ਸੱਚ ਕੀ ਹੈ, ਆਪਣੀ ਸੋਚ ਦਾ ਦਾਇਰਾ ਵਧਾਓ ਅਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ। ਸੰਦੀਪ ਜੀ, ਇੱਕ ਗੱਲ ਨਹੀਂ ਸਮਝ ਆਉਂਦੀ, ਇਹ ਸਭ ਰਸਮਾਂ, ਵਹਿਮ ਭਰਮ, ਧਾਰਨਾਵਾਂ ਅਸੀਂ ਜਾਣਦੇ ਹੋਏ ਵੀ ਖਤਮ ਨਹੀਂ ਕਰ ਪਾ ਰਹੇ, ਨਾਲ ਦੀ ਨਾਲ ਲੈ ਕੇ ਤੁਰੇ ਹੋਏ ਹਾਂ। ਕੀ ਕੀਤਾ ਜਾ ਸਕਦਾ ਹੈ ਇਹਨਾਂ ਤੋਂ ਛੁਟਕਾਰਾ ਪਾਉਣ ਲਈ? ਇਹ ਜ਼ਰੂਰ ਦੱਸੋ ਜੀ। ਅਰਸ਼, ਬਹੁਤ ਹੀ ਜ਼ਰੂਰੀ ਸਵਾਲ ਪੁੱਛਿਆ ਤੁਸੀਂ। ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦੇਵਾਂ ਕਿ ਸਾਡੇ ਲੋਕਾਂ ਦੇ ਦਿਮਾਗ ਵਿੱਚ ਸੰਸਕਾਰਿਕ ਰੂਪ ਦੇ ਨਾਲ ਸਭ ਕੁਝ ਫਿੱਟ ਹੋ ਚੁੱਕਾ ਆ। ਇਹਨਾਂ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਲੱਗਦਾ, ਪਰ ਅਗਰ ਤਾਂ ਅਸੀਂ ਸੱਚ ਦੇ ਵਾਕਿਫ ਹਾਂ, ਫਿਰ ਵੀ ਉਸ ਸੱਚ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਗੱਲਾਂ ਤੋਂ ਮੁਕਤ ਹੋਈਏ। ਅਸੀਂ ਆਪ ਤਾਂ ਜੋ ਕੁਝ ਸੁਣਿਆ ਸੁਣਾਇਆ ਹੈ, ਜਿਸ ਦਾ ਵਾਸਤਵਿਕਤਾ ਦੇ ਨਾਲ ਕੋਈ ਸੰਬੰਧ ਨਹੀਂ ਆ, ਅਜਿਹੇ ਵਹਿਮ ਭਰਮ ਧਾਰਨਾਵਾਂ ਨੂੰ ਮੰਨਣ ਦੀ ਬਜਾਏ ਉਹਨਾਂ ਦਾ ਖੰਡਨ ਕਰਨਾ ਚਾਹੀਦਾ। ਅਸੀਂ ਵੀ ਉਹੀ ਮੰਨੀ ਜਾਈਏ ਅਤੇ ਆਪਣੇ ਬੱਚਿਆਂ ਨੂੰ ਵੀ ਉਹੀ ਸਿੱਖਿਆ ਦੇਈ ਜਾਵਾਂਗੇ ਤਾਂ ਗੱਡੀ ਉੱਥੇ ਹੀ ਖੜੀ ਰਹੇਗੀ, ਅੱਗੇ ਨਹੀਂ ਵਧੇਗੀ। ਮੈਂ ਸੱਚ ਦੀ ਗੱਡੀ ਦੀ ਗੱਲ ਕਰ ਰਿਹਾ। ਦੌਲਤ, ਸ਼ੌਹਰਤ, ਵਧੀਆ ਨੌਕਰੀ, ਚੰਗੇ ਪਰਿਵਾਰਕ ਮੈਂਬਰ, ਵਧੀਆ ਜੀਵਨ ਸਭ ਕੁਝ ਮਿਲ ਸਕਦਾ, ਪਰ ਕੀ ਤੁਸੀਂ ਕਦੀ ਝੂਠ ਦਾ ਪਰਦਾਫਾਸ਼ ਕੀਤਾ? ਇੱਕ ਡਰ ਕਰਕੇ ਤੁਸੀਂ ਆਪਣਾ ਜੀਵਨ ਝੂਠੀਆਂ ਧਾਰਨਾਵਾਂ ਲੈ ਕੇ, ਸੱਚ ਨੂੰ ਅਣਦੇਖਿਆ ਕਰਕੇ ਚੱਲਦੇ ਰਹੇ। ਉਹ ਡਰ ਕੀ ਹੈ? ਕਿੱਥੋਂ ਆਇਆ ਮਨ ਦੇ ਅੰਦਰ? ਕਿਸ ਨੇ ਭਰਿਆ ਮਨ ਦੇ ਅੰਦਰ? ਹਰ ਇੱਕ ਪ੍ਰਾਣੀ ਨੂੰ ਆਪਣਾ ਇੱਕ ਜੀਵਨ ਮਿਲਿਆ। ਕੀ ਤੁਸੀਂ ਆਪਣੇ ਆਪ 'ਤੇ ਭਰੋਸਾ ਨਹੀਂ ਕਰਦੇ? ਜਾਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਕਰ ਲੈਂਦੇ ਆ, ਭਾਵੇਂ ਉਹ ਸੱਚ ਹੋਣ ਜਾਂ ਝੂਠ ਹੋਣ? ਗੱਲ ਸੁਣਾਉਣ ਵਾਲਾ ਵਿਅਕਤੀ ਆਪਣਾ ਸਖਾ ਹੈ, ਉਹਨੇ ਜੋ ਕਿਹਾ ਸੱਚ ਹੀ ਕਿਹਾ ਹੋਣਾ। ਅਸੀਂ ਉਸ ਗੱਲ ਨੂੰ ਮੰਨਣਾ ਆਪਣਾ ਫਰਜ਼ ਸਮਝਦੇ ਹਾਂ ਅਤੇ ਦੱਸਣ ਵਾਲੇ ਪ੍ਰਤੀ ਰਿਸਪੈਕਟ ਸਮਝਦੇ ਹਾਂ। ਜਿਹੜੀ ਝੂਠੀ ਹੈ ਜਾਂ ਸੱਚੀ ਹੈ, ਇਹ ਪਤਾ ਨਹੀਂ। ਪਤਾ ਵੀ ਹੋਵੇਗਾ ਪਰ ਅਣਦੇਖਿਆ ਕਰਨੀ ਹੈ, ਬਸ ਮੰਨੀ ਜਾਣੀ ਆ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਤਜਰਬਾ ਜ਼ਿਆਦਾ ਹੈ ਜ਼ਿੰਦਗੀ ਦਾ, ਇਸ ਲਈ। ਪਰ ਕਦੀ ਸੋਚਿਆ ਉਹਨਾਂ ਦੇ ਹਾਲਾਤ ਕੀ ਸਨ? ਉਹ ਕਿਸ ਤਰ੍ਹਾਂ ਦੇ ਵਾਤਾਵਰਣ ਵਿੱਚ ਜੰਮੇ ਪਲੇ? ਉਹਨਾਂ ਨੂੰ ਜੋ ਪਿੱਛੋਂ ਕਿਸੇ ਨੇ ਦੱਸਿਆ ਉਹੀ ਅੱਗੇ ਤੋਰੀ ਆਏ। ਅਗਰ ਉਹਨਾਂ ਤੋਂ ਡਰ ਦਾ ਸਾਹਮਣਾ ਨਾ ਕਰਦੇ ਹੋਏ ਇਹਨਾਂ ਚੀਜ਼ਾਂ 'ਤੇ ਕੱਟੜ ਵਿਸ਼ਵਾਸ ਕਾਇਮ ਰਿਹਾ, ਕੀ ਸਾਨੂੰ ਸਭ ਕੁਝ ਜਾਣਦੇ ਹੋਏ ਵੀ ਇਹ ਭੇਡ ਚਾਲ ਕਾਇਮ ਰੱਖਣੀ ਚਾਹੀਦੀ ਆ ਜਾਂ ਖਤਮ ਕਰ ਦੇਣੀ ਚਾਹੀਦੀ ਆ? ਕੁਝ ਗੱਲਾਂ ਨੂੰ ਸਮਝਣ ਦੀ ਲੋੜ ਆ, ਉਹਨਾਂ ਨੂੰ ਛੱਡਣ ਦੀ ਜ਼ਰੂਰਤ ਆ। ਰਾਜਾ ਮਾਲਪੁਰੀ ਦੇ ਕਹਿਣ ਵਾਂਗੂ ਕਿ ਖੋਜੀ ਦ੍ਰਿਸ਼ਟੀਕੋਣ ਬਹੁਤ ਜ਼ਰੂਰੀ ਆ, ਤਾਂ ਕਿ ਅਸਲੀਅਤ ਜਾਣ ਸਕੀਏ। ਸੱਚ 'ਤੇ ਪਰਦਾ ਪਾ ਕੇ ਆਪਣੇ ਜੀਵਨ ਨੂੰ ਬੇਅਰਥ ਕੰਮਾਂ ਜਾਂ ਗੱਲਾਂ ਵਿੱਚ ਨਾ ਰੋਲ ਦਈਏ। ਮੈਂ ਜਵਾਬ ਥੋੜ੍ਹਾ ਲੰਬਾ ਲੈ ਗਿਆ, ਪਰ ਜ਼ਰੂਰੀ ਹੈ ਸੱਚ ਨੂੰ ਸਮਝਣਾ, ਝੂਠੀਆਂ ਧਾਰਨਾਵਾਂ, ਵਿਚਾਰਾਂ, ਵਹਿਮਾਂ ਤੋਂ ਛੁਟਕਾਰਾ ਪਾਉਣਾ। ਜੀ ਸੰਦੀਪ ਜੀ, ਖੋਜੀ ਦ੍ਰਿਸ਼ਟੀਕੋਣ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਕੋਈ ਗੱਲ ਹੋ ਰਹੀ ਹੈ ਤੇ ਉਸ ਦੇ ਪਿੱਛੇ ਤਰਕ ਕੀ ਹੈ। ਅਗਰ ਕੋਈ ਰੀਤੀ ਰਿਵਾਜ ਮੰਨਿਆ ਜਾ ਰਿਹਾ ਹੈ ਤੇ ਉਸ ਦੇ ਪਿੱਛੇ ਕੀ ਤਰਕ ਹੈ। ਤੁਹਾਡੇ ਹਿਸਾਬ ਨਾਲ ਕੀ ਮੁਸ਼ਕਲਾਂ ਆ ਸਕਦੀਆਂ ਵਿਅਕਤੀ ਨੂੰ ਛੁਟਕਾਰਾ ਪਾਉਣ ਲਈ ਇਹਨਾਂ ਰੀਤੀ ਰਿਵਾਜਾਂ ਤੋਂ, ਇਹਨਾਂ ਵਹਿਮ ਭਰਮਾਂ ਤੋਂ? ਦੇਖੋ ਜੀ, ਨਾ ਰਾਸ਼ਟਰੀ ਪੱਧਰ 'ਤੇ, ਨਾ ਆਰਥਿਕ ਪੱਧਰ 'ਤੇ, ਨਾ ਰਾਜਨੀਤਿਕ ਪੱਧਰ 'ਤੇ, ਬਲਕਿ ਨਾ ਹੀ ਕੋਈ ਵੱਡੇ ਪੱਧਰ 'ਤੇ ਮੁਸ਼ਕਿਲ ਆ ਸਕਦੀ ਆ। ਕਿਉਂਕਿ ਵਹਿਮ ਭਰਮ ਧਾਰਨਾਵਾਂ ਜਿਹੜੀਆਂ ਨੇ, ਇਹਨਾਂ ਦਾ ਤੁਹਾਡੇ ਉੱਤੇ ਨਾ ਕੋਈ ਕਾਨੂੰਨ ਲਾਗੂ ਹੁੰਦਾ, ਨਾ ਹੀ ਕਿਸੇ ਕਾਨੂੰਨ ਨੇ ਕਿਹਾ ਕਿ ਇਹਨਾਂ ਧਾਰਨਾਵਾਂ, ਵਿਚਾਰਾਂ, ਵਹਿਮਾਂ ਭਰਮਾਂ ਨੂੰ ਤੁਸੀਂ ਮੰਨੋ। ਇੱਥੋਂ ਤੱਕ ਕਿ ਮੇਰਾ ਖਿਆਲ ਹੈ, ਨਾ ਹੀ ਅਜਿਹੇ ਵਹਿਮ ਭਰਮ, ਨਾ ਹੀ ਕਿਸੇ ਧਾਰਮਿਕ ਗ੍ਰੰਥ ਜਾਂ ਕਿਸੇ ਪੁਸਤਕ ਵਿੱਚ ਲਿਖੇ ਗਏ ਨੇ ਜਿਨ੍ਹਾਂ ਦਾ ਮੰਨਣਾ ਲਾਜ਼ਮੀ ਹੈ। ਸਵਾਲ ਇਹ ਉੱਠਦਾ ਕਿ ਫਿਰ ਵੀ ਅਸੀਂ ਇਹਨਾਂ ਨੂੰ ਕਿਉਂ ਅਪਣਾਇਆ? ਪਹਿਲਾਂ ਮੇਰੀ ਗੱਲ ਸੁਣ ਲਓ, ਫਿਰ ਇੱਕ ਵਾਰ ਤੁਸੀਂ ਆਪ ਵੀ ਆਪਣੇ ਦਿਮਾਗ ਨਾਲ ਜ਼ਰੂਰ ਸੋਚਣਾ। ਅਗਰ ਮੈਂ ਗੱਲ ਕਰਾਂ ਕਿ ਕੀ ਮੁਸ਼ਕਿਲ ਹੈ ਇਹਨਾਂ ਸਭ ਤੋਂ ਛੁਟਕਾਰਾ ਪਾਉਣ ਲਈ, ਤਾਂ ਉਹ ਹੈ ਸਿਰਫ ਥੋੜ੍ਹੀ ਜਿਹੀ ਸਮਾਜਿਕ ਪੱਧਰ 'ਤੇ ਅਤੇ ਉਸ ਤੋਂ ਜ਼ਿਆਦਾ ਪਰਿਵਾਰਿਕ ਪੱਧਰ 'ਤੇ। ਅਗਰ ਇਹਨਾਂ ਝੂਠੀਆਂ ਗੱਲਾਂ ਨੂੰ ਮੰਨਣ ਦਾ ਖੰਡਨ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਡੇ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਇਸ ਦਾ ਵਿਰੋਧ ਕਰ ਸਕਦੇ ਨੇ। ਕਹਿ ਸਕਦੇ ਨੇ ਕਿ ਜੋ ਸਿਆਣਿਆਂ ਨੇ ਕਿਹਾ ਆ, ਬਣਾਇਆ ਆ, ਉਹ ਗਲਤ ਨਹੀਂ ਹੋਣਾ। ਦੇਖੋ ਜੀ, ਜਾਣਾ ਤਾਂ ਕੁਝ ਨਹੀਂ, ਪਰ ਝੂਠ ਨੂੰ ਮੰਨਣਾ ਜਾਂ ਅਪਣਾਉਣਾ ਚੰਗੀ ਗੱਲ ਨਹੀਂ। ਝੂਠ ਤਾਂ ਝੂਠ ਹੈ, ਭਾਵੇਂ ਸਾਡੇ ਬਜ਼ੁਰਗ ਸਾਨੂੰ ਭੇਂਟ ਕਰਕੇ ਗਏ ਹੋਣ ਜਾਂ ਅਸੀਂ ਖੁਦ ਉਸ ਨੂੰ ਸਮਾਜ ਤੋਂ ਜਾਂ ਮਿਲੇ ਵਾਤਾਵਰਣ ਤੋਂ ਅਪਣਾਇਆ ਹੋਵੇ। ਸਮਾਜ ਦੇ ਲੋਕ ਬਹੁਤਾ ਇਸ ਦਾ ਵਿਰੋਧ ਨਹੀਂ ਕਰਨਗੇ, ਬਸ ਵੱਧ ਤੋਂ ਵੱਧ ਗੱਲਾਂ ਜਾਂ ਚੁਗਲੀਆਂ ਹੀ ਕਰ ਲੈਣਗੇ। ਉਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਆ। ਪਰਿਵਾਰ ਪ੍ਰਤੀ ਲੜਾਈ ਜਾਂ ਰੋਸ ਕਰਨ ਦੀ ਵੀ ਮੈਂ ਕਹਿੰਦਾ ਜ਼ਰੂਰਤ ਨਹੀਂ ਆ। ਉਹ ਜੋ ਕਰਦੇ ਨੇ ਠੀਕ ਆ। ਅਗਰ ਉਹਨਾਂ ਦੇ ਮਨ ਨੂੰ ਤਸੱਲੀ ਮਿਲਦੀ ਆ ਤਾਂ ਠੀਕ ਆ, ਕੋਈ ਚੱਕਰ ਨਹੀਂ, ਕਿਉਂਕਿ ਉਹਨਾਂ ਦੀ ਮੈਂਟੈਲਿਟੀ ਹੀ ਅਜਿਹੀ ਬਣ ਚੁੱਕੀ ਆ, ਉਹਨਾਂ ਨੂੰ ਅਸੀਂ ਬਦਲੇ ਨਹੀਂ ਸਕਦੇ। ਪਰ ਮੈਂ ਚਾਹੁੰਦਾ ਉਸ ਨੂੰ ਤੁਸੀਂ ਤਾਂ ਨਾ ਅੱਗੇ ਤੋਰੋ,
ਖਤਮ ਕਰ ਦਿਓ ਉਹਨਾਂ ਝੂਠੀਆਂ ਧਾਰਨਾਵਾਂ ਨੂੰ, ਵਹਿਮਾਂ ਭਰਮਾਂ ਨੂੰ। ਜੀ ਬਿਲਕੁਲ ਜੀ, ਜੋ ਧਾਰਨਾਵਾਂ ਚੱਲਦੀਆਂ ਆ ਰਹੀਆਂ ਨੇ ਉਹਨਾਂ ਨੂੰ ਜੇ ਖ਼ਤਮ ਕਰਨਾ ਹੈ ਤਾਂ ਸਾਨੂੰ ਖੁਦ ਹੀ ਪਹਿਲਾਂ ਜੋ ਕਦਮ ਚੁੱਕਣੇ ਪੈਣਗੇ। ਅਸੀਂ ਕਿਸੇ ਨੂੰ ਜ਼ਬਰਦਸਤੀ ਤਾਂ ਉਹਨਾਂ ਦੀਆਂ ਧਾਰਨਾਵਾਂ ਜਾਂ ਜੋ ਰੀਤੀ ਰਿਵਾਜ਼ ਕਰਦੇ ਨੇ ਉਹਨਾਂ ਨੂੰ ਹਟਾ ਨਹੀਂ ਸਕਦੇ, ਪਰ ਅਸੀਂ ਖੁਦ ਸਮਝ ਸਕਦੇ ਹਾਂ ਕਿ ਉਹਨਾਂ ਚੀਜ਼ਾਂ ਤੋਂ ਅਸੀਂ ਛੁਟਕਾਰਾ ਕਿੱਦਾਂ ਪਾ ਸਕਦੇ ਹਾਂ। ਸੰਦੀਪ ਜੀ, ਕੋਈ ਅਜਿਹਾ ਠੋਸ ਜਿਹਾ ਸਬੂਤ ਪੇਸ਼ ਕਰੋ ਜਾਂ ਕੋਈ ਅਜਿਹੀ ਉਦਾਹਰਨ ਦਿਓ ਜਿਸ ਨੂੰ ਸੁਣ ਕੇ ਲੱਗੇ ਕਿ ਹਾਂ, ਇਹ ਗੱਲ ਦਰਸਾਉਂਦੀ ਹੈ ਕਿ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ, ਅਸੀਂ ਕਿਉਂ ਅਪਣਾਇਆ ਹੋਇਆ ਹੈ ਇਸ ਝੂਠ ਨੂੰ। ਹਾਂਜੀ ਬਿਲਕੁਲ ਜੀ, ਮੈਂ ਇੱਕ ਪ੍ਰਾਚੀਨ ਪ੍ਰਥਾ ਦੀ ਉਦਾਹਰਨ ਦਿੰਦਾ ਤੁਹਾਨੂੰ। ਇੱਕ ਗੱਲ ਸੋਚ ਕੇ ਦੇਖਿਓ, ਹੁਣ ਜੋ ਤੁਹਾਨੂੰ ਸੋਚ ਕੇ ਲੱਗਦਾ ਹੋਣਾ ਕਿ ਸਤੀ ਪ੍ਰਥਾ ਜਿਹੜੀ ਸੀਗੀ ਉਹ ਪਾਪ ਸੀ, ਕਿੰਨਾ ਗਲਤ ਸੀ, ਕਿੰਨਾ ਗਲਤ ਰਿਵਾਜ ਸੀ, ਕਿਸ ਤਰ੍ਹਾਂ ਦਾ ਵਹਿਮ ਸੀ। ਪਰ ਅਗਰ ਅਸੀਂ ਉਸ ਜ਼ਮਾਨੇ ਵਿੱਚ ਹੁੰਦੇ ਤਾਂ ਸ਼ਾਇਦ ਸਾਨੂੰ ਉਹ ਸਭ ਸੱਚ ਲੱਗਦਾ। ਅਸੀਂ ਯਕੀਨ ਕਰਦੇ ਹੁੰਦੇ ਸ਼ਾਇਦ ਅਗਰ ਪਤਨੀ ਜੀਂਦੇ ਜੀ ਪਤੀ ਦੀ ਲਾਸ਼ ਨਾਲ ਸੜੇਗੀ ਤਾਂ ਇਸੇ ਤਰ੍ਹਾਂ ਪਤੀ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਹੈ, ਜਾਂ ਜੋ ਵੀ ਉਸ ਸਮੇਂ ਮਿੱਥਿਆ ਹੋਇਆ ਸੀ ਉਹ ਅਸੀਂ ਮੰਨਦੇ। ਪਰ ਅੱਜ ਇਹ ਖਤਮ ਹੋ ਚੁੱਕਾ ਆ। ਕੁਝ ਪੜ੍ਹੇ ਲਿਖੇ ਵਿਦਵਾਨਾਂ ਦੀ ਬਦੌਲਤ ਇਸੇ ਤਰ੍ਹਾਂ ਦੇ ਵਹਿਮ ਭਰਮ ਜਾਂ ਪ੍ਰਚਲਿਤ ਧਾਰਨਾਵਾਂ ਪ੍ਰਥਾਵਾਂ ਦਾ ਅੰਤ ਹੋਇਆ। ਇਸੇ ਤਰ੍ਹਾਂ ਅੱਜ ਅਸੀਂ ਜੋ ਅਜਿਹੀਆਂ ਝੂਠੀਆਂ ਗੱਲਾਂ 'ਤੇ ਵਿਸ਼ਵਾਸ ਕਰ ਰਹੇ ਹਾਂ, ਮੈਨੂੰ ਆਸ ਹੈ ਕਿ ਇੱਕ ਦਿਨ ਉਹ ਜ਼ਰੂਰ ਖਤਮ ਹੋਣਗੀਆਂ। ਜੀ, ਪਰ ਇਹ ਸਭ ਇੰਨਾ ਆਸਾਨ ਨਹੀਂ ਲੱਗ ਰਿਹਾ, ਕਿਉਂਕਿ ਭਾਵੇਂ ਯੁੱਗ ਬਦਲ ਚੁੱਕਾ ਹੈ, ਤਰੱਕੀ ਹੋ ਚੁੱਕੀ ਹੈ, ਸਾਇੰਸ ਦਾ ਜ਼ਮਾਨਾ ਆ ਚੁੱਕਾ ਹੈ, ਪਰ ਇਹ ਪ੍ਰਚਲਿਤ ਵਹਿਮ ਭਰਮ ਧਾਰਨਾਵਾਂ ਮੈਂ ਕਹਿਣਾ ਚਾਹੁੰਦਾ ਸਾਡੇ ਦੇਸ਼ ਦੇ ਲੋਕਾਂ ਅੰਦਰ ਕੁੱਟ-ਕੁੱਟ ਕੇ ਭਰ ਚੁੱਕੀਆਂ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸੰਸਕਾਰਕ ਰੂਪ ਵਿੱਚ ਇਹਨਾਂ ਨੇ ਸਾਡੀ ਸੋਚ ਨੂੰ ਉਸੇ ਤਰ੍ਹਾਂ ਦਾ ਬਣਾ ਦਿੱਤਾ ਹੋਇਆ ਹੈ, ਪਰ ਆਸ ਤੇ ਵਿਸ਼ਵਾਸ ਰੱਖਦੇ ਹੋਏ ਮੈਂ ਵੀ ਇਹੀ ਕਹਿਣਾ ਕਿ ਇੱਕ ਦਿਨ ਝੂਠੀਆਂ ਪ੍ਰਚਲਿਤ ਗੱਲਾਂ ਦਾ ਅੰਤ ਜ਼ਰੂਰ ਹੋਵੇਗਾ। ਸੰਦੀਪ ਜੀ, ਆਖਰ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਇਹਨਾਂ ਸਭ ਤੋਂ ਮੁਕਤ ਹੋ ਕੇ ਅੱਗੇ ਵਧੋ, ਆਪਣੇ ਆਪ 'ਤੇ ਯਕੀਨ ਰੱਖੋ, ਵਿਸ਼ਵਾਸ ਰੱਖੋ। ਦੇਖੋ ਜੀ, ਮੈਨੂੰ ਮਾਣ ਆ ਪੰਜਾਬੀ ਹੋਣ ਦਾ, ਮੈਨੂੰ ਮਾਣ ਆ ਭਾਰਤੀ ਹੋਣ ਦਾ, ਪਰ ਕੀ ਮੈਨੂੰ ਆਪਣੇ ਦੇਸ਼ ਦੇ ਲੋਕਾਂ 'ਤੇ ਮਾਣ ਹੈ ਜੋ ਜਾਤ-ਪਾਤ, ਊਚ-ਨੀਚ, ਭੇਦਭਾਵ, ਵਹਿਮ ਭਰਮ ਨਾਲ ਭਰੇ ਹੋਏ ਨੇ? ਕੀ ਮੈਨੂੰ ਮਾਣ ਹੈ ਕਿ ਮੈਂ ਪੜ੍ਹੇ ਲਿਖੇ ਪਰਿਵਾਰ ਨਾਲ, ਪੜ੍ਹੇ ਲਿਖੇ ਸਮਾਜ ਨਾਲ ਸੰਬੰਧ ਰੱਖਦਾ ਹਾਂ? ਜੀ ਬਿਲਕੁਲ ਮੈਂ ਸੰਬੰਧ ਰੱਖਦਾ ਹਾਂ, ਪਰ ਫਿਰ ਵੀ ਅਜਿਹੀਆਂ ਗੱਲਾਂ ਨੂੰ ਕਿਉਂ ਮੰਨਦਾ ਹਾਂ, ਕਿਉਂ ਅਪਣਾਉਂਦਾ ਹਾਂ? ਦੂਜਿਆਂ ਨੂੰ ਕੀ ਪ੍ਰੇਰਣਾ ਦੇ ਸਕਦਾ ਮੈਂ? ਉਹੀ ਜੋ ਰੀਤ ਚੱਲਦੀ ਆਈ ਹੈ, ਇਹ ਪ੍ਰੇਰਣਾ ਦੇਵਾਂਗਾ? ਕੀ ਇਹ ਵਿਚਾਰ ਧਾਰਨਾਵਾਂ ਅਪਣਾਉਣਾ ਸਾਡਾ ਫਰਜ਼ ਹੈ? ਕੀ ਅਸੀਂ ਆਪਣੇ ਬਜ਼ੁਰਗਾਂ ਦੀਆਂ ਇਹ ਗੱਲਾਂ, ਸਮਾਜ ਦੀਆਂ ਇਹ ਗੱਲਾਂ ਖਤਮ ਕਰਨਾ ਗਲਤ ਸਮਝਦੇ ਹਾਂ? ਮੇਰੇ ਖਿਆਲ ਨਾਲ ਸਤਿਕਾਰ ਤੇ ਸੱਚ ਦਾ ਆਪਸੀ ਸੰਬੰਧ ਹੈ। ਅਗਰ ਅਸੀਂ ਝੂਠ ਨੂੰ ਖਤਮ ਕਰਕੇ ਸੱਚ ਨੂੰ ਅਪਣਾਵਾਂਗੇ ਤੇ ਅੱਗੇ ਵੀ ਉਹੀ ਪੇਸ਼ ਕਰਾਂਗੇ ਤਾਂ ਸ਼ਾਇਦ ਇਸ ਵਿੱਚ ਹੀ ਸਰਬੱਤ ਦਾ ਭਲਾ ਹੈ। ਮੈਂ ਆਪਣੇ ਵਿਚਾਰ ਸਾਂਝੇ ਕੀਤੇ ਨੇ, ਇਹਨਾਂ ਦਾ ਕਿਸੇ 'ਤੇ ਕੀ ਅਸਰ ਹੁੰਦਾ ਹੈ, ਕੋਈ ਚੰਗਾ ਕਹੇਗਾ, ਕੋਈ ਮਾੜਾ ਕਹੇਗਾ। ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਆ, ਸੱਚ ਨੂੰ ਸਾਹਮਣੇ ਲਿਆਉਣਾ ਮੈਂ ਆਪਣਾ ਫਰਜ਼ ਸਮਝਦਾ। ਹਰ ਬੰਦਾ ਰਸਮਾਂ ਰਿਵਾਜਾਂ ਨੂੰ ਫੋਲੋ ਕਰਦਾ ਆ, ਅਸੀਂ ਵੀ ਕਰਦੇ ਹਾਂ, ਭਾਵੇਂ ਇੱਕ ਫਾਰਮੈਲਿਟੀ ਕਰਦੇ ਹੋਈਏ, ਪਰ ਇਹ ਲਾਜ਼ਮੀ ਬਣ ਚੁੱਕਾ। ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉਸ ਸਮਾਜ ਦੀ ਰਿਸਪੈਕਟ ਹਾਸਿਲ ਕਰਨ ਲਈ ਅਸੀਂ ਉਹਨਾਂ ਰਿਵਾਜਾਂ ਨੂੰ ਫੋਲੋ ਕਰਦੇ ਹਾਂ। ਅਜਿਹੇ ਤਰੀਕੇ ਨਾਲ ਸ਼ੁਰੂਆਤ ਕਰੋ ਕਿ ਸਮਾਜ ਵੀ ਵਿਰੋਧ ਨਾ ਕਰੇ ਅਤੇ ਝੂਠੀਆਂ ਗੱਲਾਂ ਵੀ ਨਕਾਰੀਆਂ ਜਾਣ। ਅਤੇ ਆਖਿਰ ਵਿੱਚ ਮੈਂ ਇੱਕ ਗੱਲ ਦਰਸ਼ਕਾਂ ਨੂੰ ਕਹਿਣੀ ਚਾਹੁੰਦਾ ਕਿ ਕੁਝ ਗੱਲਾਂ, ਕੁਝ ਵਹਿਮ ਭਰਮ, ਕੁਝ ਵਿਚਾਰਾਂ ਬਾਰੇ ਮੈਂ ਦੱਸਿਆ, ਜਿਵੇਂ ਬਿੱਲੀ ਰਾਹ ਕੱਟ ਗਈ ਰਾਤੀ ਸਿਰ ਨਹੀਂ ਵਾਹੁਣਾ, ਨਹੁੰ ਨਹੀਂ ਕੱਟਣੇ ਰਾਤੀ, ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ। ਇਹਨਾਂ ਪਿੱਛੇ ਸੱਚਾਈ ਕੀ ਸੀ, ਕਿਵੇਂ ਇਹਨਾਂ ਦੀ ਸ਼ੁਰੂਆਤ ਹੋਈ, ਇਹ ਸਭ ਤੁਹਾਡੇ ਸਾਹਮਣੇ ਇੱਕ ਅਲੱਗ ਪ੍ਰੋਗਰਾਮ ਰਾਹੀਂ ਪੇਸ਼ ਕਰਾਂਗਾ। ਸ਼ੁਕਰੀਆ ਜੀ। ਸੰਦੀਪ ਜੀ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਸਾਡੇ ਦਰਸ਼ਕਾਂ ਦੇ ਨਾਲ। ਬਹੁਤ ਹੀ ਵਧੀਆ ਤਰ੍ਹਾਂ ਦੱਸਿਆ ਕਿ ਕਿਹੜੇ-ਕਿਹੜੇ ਵਹਿਮ ਭਰਮ ਨੇ ਜੋ ਪ੍ਰਚਲਿਤ ਨੇ, ਇਹਨਾਂ ਤੋਂ ਕਿੱਦਾਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸਾਨੂੰ ਆਪਣੀ ਵਿਚਾਰਧਾਰਾ ਕਿਸ ਤਰ੍ਹਾਂ ਬਦਲਣੀ ਚਾਹੀਦੀ ਹੈ ਅਤੇ ਸਮੇਂ ਦੀ ਲੋੜ ਦੇ ਮੁਤਾਬਕ ਸਾਨੂੰ ਕਿਸ ਤਰ੍ਹਾਂ ਨਾਲ ਜੋ ਨਵੀਆਂ ਧਾਰਨਾਵਾਂ, ਜੋ ਪੁਰਾਣੀਆਂ ਧਾਰਨਾਵਾਂ, ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ। ਹਰ ਚੀਜ਼ ਦੇ ਪਿੱਛੇ, ਹਰ ਗੱਲ ਦੇ ਪਿੱਛੇ ਤਰਕ ਦੀ ਨਿਗਾਹ ਰੱਖਣੀ ਚਾਹੀਦੀ ਹੈ, ਆਪਣੀ ਖੋਜੀ ਬਿਰਤੀ ਰੱਖਣੀ ਚਾਹੀਦੀ ਹੈ। ਅਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪ੍ਰੋਗਰਾਮ ਸਾਂਝ ਵਿਚਾਰ ਦਾ ਹਿੱਸਾ ਬਣੇ, ਸਾਡੇ ਨਾਲ ਇੰਨੀ ਵਧੀਆ ਜਾਣਕਾਰੀ ਸਾਂਝੀ ਕੀਤੀ। ਜੀ, ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਅਤੇ ਜਲਦ ਹੀ ਪੇਸ਼ ਹੋਵਾਂਗੇ ਇਸ ਪ੍ਰੋਗਰਾਮ ਦੀ ਅਗਲੀ ਕੜੀ ਲੈ ਕੇ। ਹੁਣ ਸਾਨੂੰ ਦਿਓ ਇਜਾਜ਼ਤ। ਧੰਨਵਾਦ ਜੀ।